आदाब नमस्कार सत श्रीकाल जी। प्रोग्राम देख रहे सारे दर्शकों निੱਘਾ स्वागत है जी। जेकर तुसी भी इमीग्रेशन सलाहकार हो या वीज़ा एक्सपर्ट हो, तुसी भी साडे शो ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ। ਮੈਂ ਹਾਂ ਤੁਹਾਡਾ ਨਾਲ ਕਵਿਤਾ ਸਿੰਘ ਤੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟਿਆ। ਸਰ ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਟੂ ਦਾ ਸ਼ੋ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਸਾਹਿਬ 12 ਸਾਲ ਤੋਂ ਵੀ ਉੱਤੇ ਦਾ ਸਮਾਂ ਜਿਹੜਾ ਹੈਗਾ ਆਲਮੋਸਟ ਹੁੰਦਾ 13 ਜਾਂ 13.5 ਮੈਂ ਕਹਿ ਸਕਦੀ ਹਾਂ ਕਿ ਹੋ ਚੱਲੇ ਨੇ ਇਸ ਇੰਡਸਟਰੀ ਦੇ ਵਿੱਚ। ਤੁਹਾਨੂੰ ਕਾਫੀ ਸਵਾਲ ਜਿਹੜੇ ਹਮੇਸ਼ਾ ਅਸੀਂ ਡਿਸਕਸ ਕੀਤੇ ਆ ਤੁਹਾਡੇ ਨਾਲ ਇਸ ਮੰਚ ਦੇ ਉੱਤੇ ਤੇ ਸਾਡੇ ਜਿੰਨੇ ਵੀ ਵਿਦਿਆਰਥੀਆਂ ਦੇ ਡਾਊਟਸ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਜਿੱਦਾਂ ਦੀ ਸਿਚੁਏਸ਼ਨ ਹੈ ਆਮ ਸ਼ੋਰ ਕਿ ਉਹਦੇ ਵਿੱਚ ਵੀ ਕਈ ਸਵਾਲ ਜਿਹੜੇ ਹੈਗੇ ਨੇ ਨਿਕਲ ਕੇ ਆ ਰਹੇ ਨੇ ਤੇ ਉਹਨਾਂ ਦਾ ਜਵਾਬ ਲੈਣ ਦੇ ਵਾਸਤੇ ਅਸੀਂ ਸਪੈਸ਼ਲੀ ਅੱਜ ਤੁਹਾਨੂੰ ਇੱਥੇ ਇਨਵਾਈਟ ਕੀਤਾ ਹੈਗਾ। ਤੇ ਆਮ ਸ਼ੋਰ ਕਿ ਸਾਡੇ ਸਟੂਡੈਂਟਸ ਨੂੰ ਘਰ ਬੈਠੇ ਸਟੀਕ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨਾਂ ਤੱਕ ਮਿਲੇ ਤੇ ਉਹ ਆਪਣੇ ਜਿਹੜਾ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਹੈਗਾ ਕਿ ਹੁਣ ਇੱਕ ਸਵਾਲ ਤਾਂ ਇਹ ਹੋ ਗਿਆ ਵੀ ਹਾਂਜੀ ਹੁਣ ਪੂਰਾ ਹੋਏਗਾ ਵੀ ਜਾਂ ਫਿਰ ਨਹੀਂ। ਅਗਰ 2020 ਦੀ ਗੱਲ ਕਰ ਲਈ 2020 ਦੀ, ਲੱਗਦਾ ਵੀ ਹਾਂਜੀ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਏਗਾ? ਦੇਖੋ ਜੇ ਦੇਖਿਆ ਜਾਏ ਤਾਂ ਕਾਫੀ ਸਾਰੇ ਕੰਟਰੀਜ਼ ਜਿਵੇਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ ਜਾਂ ਯੂਕੇ ਦੀ ਵੀ ਗੱਲ ਕਰੀਏ, ਜਿਹੜੀ ਵੀ ਨਿਊਜ਼ ਆ ਰਹੀ ਹੈ ਉਹ ਪੋਜ਼ਿਟਿਵ ਹੀ ਆ ਰਹੀ ਹੈ ਉਧਰੋਂ। ਜ਼ਰੂਰ ਕਰੋਨਾ ਵਾਇਰਸ ਕਰਕੇ ਸਾਰਾ ਕੰਮ ਰੁਕ ਗਿਆ ਸੀ ਇੱਕ ਵਾਰੀ, ਬਟ ਸਾਰੇ ਕੰਟਰੀਜ਼ ਲਈ ਜਿਹੜਾ ਸਟੂਡੈਂਟ ਵੀਜ਼ਾ ਬਿਜ਼ਨਸ ਹੈ ਉਹ ਬਹੁਤ ਹੀ ਮਲਟੀ-ਬਿਲੀਅਨ ਡਾਲਰ ਬਿਜ਼ਨਸ ਹੈਗਾ। ਸੋ ਜੇ ਸਟੂਡੈਂਟਸ ਨਹੀਂ ਜਾਣਗੇ ਕਿਸੇ ਵੀ ਕੰਟਰੀ 'ਚ ਤਾਂ ਉਹਨਾਂ ਦੀ ਇਕੋਨਮੀ 'ਚ ਫਰਕ ਪਏਗਾ। ਸੋ ਇਹ ਸਾਰਾ ਹੀ ਜਿਹੜਾ ਹੈਗਾ ਬਿਜ਼ਨਸ ਬਹੁਤ ਹੀ ਵੱਡੇ ਪੱਧਰ ਤੇ ਹਰ ਕੰਟਰੀ ਲਈ ਇੰਪੋਰਟੈਂਟ ਹੈ ਔਰ ਸਿਰਫ ਪੋਜ਼ਿਟਿਵ ਨਿਊਜ਼ ਹੀ ਆ ਰਹੀ ਹੈ ਸਾਰੇ ਕੰਟਰੀਆਂ ਵੱਲੋਂ। ਜਿਵੇਂ ਕਿ ਆਸਟ੍ਰੇਲੀਆ ਕਹਿ ਰਿਹਾ ਕਿ ਕੋਸ਼ਿਸ਼ ਕਰ ਰਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਸਟ੍ਰੇਲੀਆ 'ਚ ਜੁਲਾਈ ਇਨਟੇਕ 'ਚ ਵੀ ਲਿਆਉਣ ਦੀ ਗੱਲ ਹੋ ਰਹੀ ਹੈ। ਔਰ ਕੈਨੇਡਾ ਨੇ ਵੀ ਇਹ ਕਿਹਾ ਕਿ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲਾਂ ਵੀਜ਼ਾ ਲੱਗੇ ਸੀ, ਜਿੱਦਣ ਵੀ ਫਲਾਈਟਾਂ ਖੁੱਲ੍ਹਦੀਆਂ ਉਹ ਉਦਣ ਹੀ ਕੈਨੇਡਾ ਆ ਸਕਦੇ ਨੇ। ਕੈਨੇਡਾ ਨੇ ਹੋਰ ਵੀ ਬਹੁਤ ਸਾਰੀਆਂ ਰੂਲਸ ਐਂਡ ਰੈਗੂਲੇਸ਼ਨ 'ਚ ਰਿਲੈਕਸੇਸ਼ਨਸ ਦੇਣ ਦੀ ਗੱਲ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ, ਕਿਉਂਕਿ ਜਿਹੜਾ ਕੈਨੇਡਾ ਸਟੂਡੈਂਟ ਵੀਜ਼ਾ ਹੈਗਾ ਉਹ $22 ਬਿਲੀਅਨ ਦਾ ਇਕੋਨਮੀ 'ਚ ਹੈਲਪ ਕਰਦਾ ਹੈ। $22 ਬਿਲੀਅਨ ਮਤਲਬ 1,65,000 ਕਰੋੜ ਰੁਪਈਆ ਜਿਹੜਾ ਕਿ ਕੈਨੇਡਾ ਨੂੰ ਸਟੂਡੈਂਟ ਵੀਜ਼ਾ ਤੋਂ ਆਉਂਦਾ ਹੈ। ਔਰ ਜਿਹੜੇ ਮੈਕਸਿਮਮ ਸਟੂਡੈਂਟਸ ਹੈਗੇ ਆ 1.5 ਲੱਖ ਤੱਕ ਦੇ ਸਟੂਡੈਂਟ, 1.5 ਲੱਖ ਸਟੂਡੈਂਟ ਮੈਕਸਿਮਮ ਨੰਬਰ 1 ਸਟੂਡੈਂਟਸ ਜਿਹੜੇ ਕਿਹੜੇ ਕੰਟਰੀ ਤੋਂ ਜਾਂਦੇ ਆ ਉਹ ਇੰਡੀਆ। ਔਰ ਸੈਕਿੰਡ ਕੰਟਰੀ ਹੈਗਾ ਜਿੱਥੋਂ ਸਭ ਤੋਂ ਜ਼ਿਆਦਾ ਸਟੂਡੈਂਟ ਜਾਂਦੇ ਸੀ ਉਹ ਚਾਈਨਾ, 85,000 ਸਟੂਡੈਂਟਸ। ਪਰ ਜੇ ਦੇਖਿਆ ਜਾਏ ਕਿ ਐਪੀ ਸੈਂਟਰ ਚਾਈਨਾ ਹੈ ਕਰੋਨਾ ਵਾਇਰਸ ਦਾ, ਤਾਂ ਚਾਈਨਾ ਵਿੱਚ ਘੱਟ ਵੀਜ਼ੇ ਦੇਣ ਦੀ ਗੱਲ ਹੋਏਗੀ ਫਿਊਚਰ ਵਿੱਚ ਔਰ ਇੰਡੀਆ ਨੂੰ ਵੱਧ ਵੀਜ਼ੇ ਦੇਣ ਦੀ ਗੱਲ ਹੋਏਗੀ। ਸੋ ਜਿੰਨੇ ਵੀ ਮਿਨਿਸਟਰਸ ਨੇ ਇੰਟਰਵਿਊ ਦਿੱਤੀਆਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਉਹ ਬਹੁਤ ਹੀ ਪੋਜ਼ਿਟਿਵ ਦਿੱਤੀਆਂ ਔਰ ਇਹੀ ਸੰਕੇਤ ਆਏ ਆ ਕਿ ਫਿਊਚਰ ਵਿੱਚ ਰਿਲੈਕਸੇਸ਼ਨਸ ਵੀ ਮਿਲ ਸਕਦੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ। ਔਰ ਕੈਨੇਡਾ ਵਿੱਚ ਜੇ ਹੁਣ ਗੱਲ ਕਰੀਏ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜਿਹੜਾ ਐਮਰਜੈਂਸੀ ਬੈਨੀਫਿਟ ਹੈਗਾ ਸੀ, ਐਮਰਜੈਂਸੀ ਬੈਨੀਫਿਟ ਯਾਨੀ ਕਿ ਕਰੋਨਾ ਵਾਇਰਸ ਕਰਕੇ ਜਿਹੜੇ ਸਟੂਡੈਂਟਸ ਦੀਆਂ ਜੌਬਸ ਚਲੀ ਗਈਆਂ ਉਹਨਾਂ ਨੂੰ ਵੀ $2,000 ਮਹੀਨੇ ਦੀ ਹੈਲਪ ਕੀਤੀ ਗਈ ਕੈਨੇਡਾ ਸਰਕਾਰ ਵੱਲੋਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੇਖਿਆ ਜਾਂਦਾ ਕਿ ਕੈਨੇਡਾ ਨੰਬਰ 1 ਡੈਸਟੀਨੇਸ਼ਨ ਹੈ ਇੰਡੀਅਨ ਸਟੂਡੈਂਟ ਵਾਸਤੇ ਜਿਹੜੇ ਜਾ ਕੇ ਪੜ੍ਹ ਕੇ ਉੱਥੇ ਸੈਟਲ ਹੋਣਾ ਚਾਹੁੰਦੇ ਨੇ। ਸੋ ਕੈਨੇਡਾ ਕਿਤੇ ਨਾ ਕਿਤੇ ਦੇਖਿਆ ਜਾਏ ਆਉਣ ਵਾਲੇ ਜਿਹੜੇ ਇਨਟੇਕ ਹੈਗੇ ਉਹ ਸਤੰਬਰ ਔਰ ਜਨਵਰੀ ਇਨਟੇਕ ਹੈ ਜਿਹਦੇ ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ। ਜੇ ਸਤੰਬਰ ਇਨਟੇਕ 'ਚ ਬਾਰਡਰਸ ਖੋਲ੍ਹਦੇ ਆ ਤਾਂ ਤੁਸੀਂ ਬੇਸ਼ੱਕ ਜਾ ਪਾਓਗੇ, ਪਰ ਇੱਕ ਚੀਜ਼ ਜ਼ਰੂਰ ਕਲੀਅਰ ਕਰ ਦਿੱਤੀ ਗਈ ਹੈ ਕਿ ਜਿੰਨੀਆਂ ਵੀ ਕਲਾਸਿਸ ਹੋਣਗੀਆਂ ਸਤੰਬਰ ਇਨਟੇਕ ਦੀਆਂ ਉਹ 90% ਆਨਲਾਈਨ ਹੀ ਹੋਣਗੀਆਂ ਜੀ। ਸੋ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਨੇ 95%। ਸੋ ਅੱਛਾ ਹੁਣ ਅਗਰ ਤੁਸੀਂ ਕਹਿ ਰਹੇ ਵੀ ਗਵਰਨਮੈਂਟਸ ਸੈਡ ਕਿ ਹਾਂਜੀ ਠੀਕ ਹੈ ਅਸੀਂ ਓਪਨ ਕਰਾਂਗੇ ਹੌਲੀ ਹੌਲੀ ਕੰਮ ਜਿਹੜਾ ਹੈਗਾ ਦੁਬਾਰਾ ਤੋਂ ਸਟਾਰਟ ਹੋਏਗਾ, ਸਟੂਡੈਂਟਸ ਨੂੰ ਇਨਵਾਈਟ ਕਰਨਗੇ, ਬਟ ਐਮਬੈਸੀਜ਼ ਜਿਹੜੀਆਂ ਉਹ ਕਦੋਂ ਤੋਂ ਕੰਮ ਸਟਾਰਟ ਕਰਨਗੀਆਂ, ਵੀਜ਼ਾ ਦੇਣੇ ਕਦੋਂ ਤੋਂ ਸ਼ੁਰੂ ਹੋਣਗੇ? ਜੇ ਤੁਸੀਂ ਕੈਨੇਡਾ ਹਾਈ ਕਮਿਸ਼ਨ ਦੀ ਗੱਲ ਕਰੋ ਤਾਂ ਪ੍ਰੋਸੈਸਿੰਗ ਬੰਦ ਨਹੀਂ ਹੋਈ ਹੈ, ਪ੍ਰੋਸੈਸਿੰਗ ਸਲੋ ਜ਼ਰੂਰ ਹੋ ਗਈ ਸੀ ਕਰੋਨਾ ਵਾਇਰਸ ਕਰਕੇ, ਕਿਉਂਕਿ ਸਾਰੇ ਹੀ ਘਰੋਂ ਕੰਮ ਕਰ ਰਹੇ ਸੀ ਤਾਂ ਕੋਈ ਵੀ ਆਪਣੇ ਆਫਿਸ ਨਹੀਂ ਆ ਰਿਹਾ ਸੀ ਤਾਂ ਪ੍ਰੋਸੈਸਿੰਗ ਬਹੁਤ ਸਲੋ ਹੋ ਗਈ ਸੀ। ਸੋ ਸਟੂਡੈਂਟ ਵੀਜ਼ਾ ਸਾਡੇ ਹੁਣ ਆਉਣੇ ਸ਼ੁਰੂ ਹੋ ਗਏ ਆ। 3-4 ਰਿਜ਼ਲਟ ਜਿਹੜੀਆਂ ਪੁਰਾਣੀਆਂ ਫਾਈਲਾਂ ਲੌਗਇਨ ਹੋਈਆਂ ਸੀ ਉਹਨਾਂ ਦੇ ਰਿਜ਼ਲਟਸ ਆਏ ਨੇ। ਸੋ ਇੱਦਾਂ ਨਹੀਂ ਹੈ ਕਿ ਐਮਬੈਸੀ ਬਿਲਕੁਲ ਬੰਦ ਹੋ ਗਈ ਸੀ ਔਰ ਇਹੀ ਕਿਹਾ ਜਾ ਰਿਹਾ ਹੈ ਕੈਨੇਡਾ ਹਾਈ ਕਮਿਸ਼ਨ ਵੱਲੋਂ ਕਿ ਫਿਊਚਰ ਵਿੱਚ ਤੁਸੀਂ ਆਪਣੀ ਸਤੰਬਰ ਇਨਟੇਕ ਦੀਆਂ ਫਾਈਲਾਂ ਜਿਹੜੇ ਸਟੂਡੈਂਟਸ ਨੇ ਰੈਡੀ ਕੀਤੀਆਂ ਹੋਈਆਂ ਉਹ ਲੌਗਇਨ ਕਰ ਸਕਦੇ ਆ।
ਜਿਹੜਾ ਕਿ 10 ਅਪ੍ਰੈਲ ਨੂੰ ਵੀ ਇਹੀ ਕਿਹਾ ਗਿਆ ਸੀ ਔਰ ਹੁਣੇ ਵੀ ਜਿਹੜਾ 14 ਮਈ ਨੂੰ ਨਿਊਜ਼ ਆਈ ਹੈ ਕੈਨੇਡਾ ਸਰਕਾਰ ਵੱਲੋਂ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕੈਨੇਡਾ ਹਾਈ ਕਮਿਸ਼ਨ ਜੀ। ਤੁਸੀਂ ਐਡਮਿਸ਼ਨਸ ਲੈ ਰਹੇ ਹੋ ਸਟੂਡੈਂਟਸ ਦੀਆਂ? ਸੀ ਆਨਲਾਈਨ ਸਾਡੇ ਆਫਿਸਿਸ ਸਾਰੇ ਖੁੱਲੇ ਰਹੇ ਕਰੋਨਾ ਵਾਇਰਸ ਕਰਕੇ, ਮਤਲਬ ਕਿ ਸਾਡੇ ਇਫੈਕਟ ਅਸੀਂ ਇਦਾਂ ਹੋਇਆ ਕਿ ਆਨਲਾਈਨ ਅਸੀਂ ਸਾਰੇ ਸਟੂਡੈਂਟਸ ਨੂੰ ਮਦਦ ਕਰ ਰਹੇ ਸੀ ਕਿਉਂਕਿ ਸਾਡੇ ਐਗਜ਼ਿਸਟਿੰਗ ਕਲਾਇੰਟਸ ਬਹੁਤ ਸਾਰੇ ਸੀ, ਉਹਨਾਂ ਦੀ ਬਹੁਤ ਸਾਰੀਆਂ ਕੁਐਰੀਜ਼ ਹੈਗੀਆਂ ਸੀ ਜਿਹੜੀਆਂ ਅਸੀਂ ਸੋਲਵ ਕਰਨੀਆਂ ਸੀ ਔਰ ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਸੀ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ। ਸੋ ਆਨਲਾਈਨ ਅਸੀਂ ਸਾਰੇ ਸਟੂਡੈਂਟਸ ਦੇ ਹੈਲਪ ਕਰਦੇ ਰਹੇ ਕਿਉਂਕਿ ਆਫਿਸ ਸਾਰੇ ਬੰਦ ਹੈਗੇ ਸੀ, ਪਰ ਆਨਲਾਈਨ ਅਸੀਂ ਕੋਸ਼ਿਸ਼ ਕੀਤੀ ਕਿ ਸਾਰੇ ਸਟੂਡੈਂਟਸ ਨੂੰ ਹੈਲਪ ਮਿਲੇ। ਅਸੀਂ ਫੇਸਬੁੱਕ ਰਾਹੀਂ ਲਾਈਵ ਸੈਸ਼ਨ ਕੀਤੇ, ਮੈਂ ਲਾਈਵ ਸੈਸ਼ਨ ਕੀਤੇ, ਯੂਟਿਊਬ ਰਾਹੀਂ ਲਾਈਵ ਸੈਸ਼ਨ ਕੀਤੇ ਔਰ ਕਾਲਜ ਦੇ ਜਿੰਨੇ ਨੁਮਾਇੰਦੇ ਹੈਗੇ ਆ 50 ਤੋਂ ਵੱਧ ਕਾਲਜ ਦੇ ਨੁਮਾਇੰਦਿਆਂ ਨੂੰ ਅਸੀਂ ਲਾਈਵ ਲੈ ਕੇ ਆਏ ਆਪਣੇ ਫੇਸਬੁੱਕ ਔਰ ਯੂਟਿਊਬ ਉੱਤੇ ਤਾਂ ਕਿ ਸਟੂਡੈਂਟਸ ਨੂੰ ਜਿਹੜੀ ਇਨਫੋਰਮੇਸ਼ਨ ਮਿਸ ਹੋ ਰਹੀ ਹੈ ਉਹ ਮਿਲ ਸਕੇ ਔਰ ਕਰੋਨਾ ਵਾਇਰਸ ਦੇ ਕੀ ਇਫੈਕਟ ਆਏ ਹੈ, ਐਡਮਿਸ਼ਨ ਵਿੱਚ ਕੀ ਇਫੈਕਟ ਆਇਆ, ਪ੍ਰੋਸੈਸਿੰਗ ਟਾਈਮ ਵਿੱਚ ਕੀ ਇਫੈਕਟ ਆਇਆ, ਕਾਲਜਸ ਕਿੱਦਾਂ ਦੀਆਂ ਸਕਾਲਰਸ਼ਿਪਸ ਦੇ ਰਹੇ ਆ ਕਿਉਂਕਿ ਕਾਫੀ ਸਾਰੇ ਕਾਲਜਸ ਨੇ ਸਕਾਲਰਸ਼ਿਪਸ ਖੋਲਤੀਆਂ ਸਟੂਡੈਂਟਸ ਵਾਸਤੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਾਂ ਕੀ ਕਹਿੰਦੇ ਆ ਫਿਊਚਰ ਵਿੱਚ ਕੀ ਡਿਫਰੈਂਸ ਆ ਸਕਦਾ ਹੈ ਉਹਦੇ ਬਾਰੇ ਅਸੀਂ ਡਿਸਕਸ਼ਨਸ ਰੈਗੂਲਰਲੀ ਕਰ ਰਹੇ ਹਾਂ ਔਰ ਜੇ ਤੁਸੀਂ ਅਪ ਟੂ ਡੇਟ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰੋ, ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅਪਡੇਟਡ ਇਨਫੋਰਮੇਸ਼ਨ ਮਿਲਦੀ ਰਹੇ, ਤਾਂ ਕਿ ਜਿਹੜੀ ਚੀਜ਼ ਤੁਸੀਂ ਦੂਰ ਰਹਿ ਰਹੇ ਹੋ ਕਿਸੇ ਚੀਜ਼ ਘਰ ਬੈਠੇ ਹੋਏ ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਹੈਗੇ ਆ ਪੈਨਿਕ ਕਰ ਰਹੇ ਨੇ, ਕਨਫਿਊਜ਼ ਨੇ ਕਿ ਮੈਂ ਕੀ ਕਰਾਂ। ਤੁਸੀਂ ਦੇਖੋ ਜ਼ਰੂਰ ਇਹਦੇ ਨਾਲ 2, 2.5, 4 ਮਹੀਨੇ ਮੈਂ ਇਹਨੂੰ ਕਹਿੰਦਾ ਡਿਲੇ ਜ਼ਰੂਰ ਹੋ ਸਕਦਾ ਤੁਹਾਡਾ ਸੁਪਨਾ ਬਾਹਰ ਜਾਣ ਦਾ, ਬਟ ਆਫਟਰ 3-4 ਮੰਥ ਸਭ ਕੁਝ ਨਾਰਮਲ ਆ ਜਾਏਗਾ ਔਰ ਸਾਨੂੰ ਕੰਮ ਕਰਨਾ ਹੀ ਪਏਗਾ, ਚਾਹੇ ਕਰੋਨਾ ਵਾਇਰਸ ਖਤਮ ਹੋਏ ਚਾਹੇ ਉਹ ਕਰੋਨਾ ਵਾਇਰਸ ਨਾ ਖਤਮ ਹੋਏ, ਸਾਨੂੰ ਕੰਮ ਕਰਨਾ ਹੀ ਪਏਗਾ ਔਰ ਸਾਨੂੰ ਆਪਣੇ ਡ੍ਰੀਮਸ ਨੂੰ ਅਚੀਵ ਕਰਨ ਲਈ ਪੋਜ਼ਿਟਿਵ ਰਹਿਣਾ ਪਏਗਾ। ਜੀ ਜਸਮੀਤ ਸਰ, ਹਾਲੇ ਇੰਸਟੀਟਿਊਟਸ ਨੂੰ ਅਲਾਉ ਨਹੀਂ ਕੀਤਾ ਕਿ ਉਹ ਓਪਨ ਹੋਣ, ਕਲਾਸਿਸ ਵਗੈਰਾ ਹਜੇ ਸ਼ੁਰੂ ਨਹੀਂ ਹੋਈਆਂ। ਸਟੂਡੈਂਟਸ ਇਦਾਂ ਦੇ ਜਿਨ੍ਹਾਂ ਨੇ ਤਾਂ ਹਾਲੇ ਤਾਂ ਆਇਲਟਸ ਕਰਨਾ ਵੀ ਸੀ ਐਂਡ ਲੋਟਸ ਆਫ ਸਟੂਡੈਂਟਸ ਜਿਨ੍ਹਾਂ ਨੇ ਆਇਲਟਸ ਕੀਤਾ ਹੋਇਆ ਸੀ ਬਟ ਆਮ ਸ਼ੋਰ ਵੀ ਕਈਆਂ ਦਾ ਤਾਂ ਹੁਣ ਐਕਸਪਾਇਰ ਵੀ ਹੋ ਗਿਆ ਹੋਏਗਾ, ਕੀ ਸੁਜੈਸਟ ਕਰਦੇ ਹੋ ਹੁਣ ਕੀ ਹੈ ਉਹਨਾਂ ਵਾਸਤੇ? ਪਹਿਲੀ ਗੱਲ ਤਾਂ ਮੈਂ ਬਾਰ-ਬਾਰ ਜਦੋਂ ਵੀ ਲਾਈਵ ਸੈਸ਼ਨਸ ਕੀਤੇ, ਮੈਂ ਬਾਰ-ਬਾਰ ਮੈਂ ਟੀਵੀ ਸ਼ੋਅ ਵੀ ਇਕੱਲਿਆਂ ਨੇ ਸ਼ੂਟ ਕੀਤੇ ਆ ਕੇ, ਮੈਂ ਹਰ ਸਟੂਡੈਂਟ ਨੂੰ ਇਹੀ ਗਾਈਡ ਕੀਤਾ ਕਿ ਆਪਣਾ ਜਿਹੜਾ ਟਾਈਮ ਅਸੀਂ ਘਰ ਬੈਠੇ ਆ 2 ਮਹੀਨੇ ਤੋਂ ਉਹਨੂੰ ਯੂਟਿਲਾਈਜ਼ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ। ਘਰ ਬੈਠੇ ਅਸੀਂ ਆਈਲੈਟਸ ਦੇ ਬਹੁਤ ਸਾਰੇ ਟਿਊਟੋਰੀਅਲਸ ਹੈਗੇ ਆ YouTube ਤੇ ਜਿਹੜੇ ਅਸੀਂ ਆਨਲਾਈਨ ਸਿੱਖ ਸਕਦੇ ਆ, ਨਹੀਂ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਨੇ ਉਪਰਾਲਾ ਕੀਤਾ ਹੈ ਕਿ ਆਨਲਾਈਨ ਆਈਲੈਟਸ ਦੀ ਸਟੱਡੀਜ਼ ਸਟਾਰਟ ਕੀਤੀਆਂ ਔਰ ਸਟੂਡੈਂਟਸ ਨੂੰ ਸਾਰੀਆਂ ਸਟੱਡੀਜ਼ ਆਨਲਾਈਨ ਦੇਣੀਆਂ ਸ਼ੁਰੂ ਕਰਤੀਆਂ। ਸੋ ਜੇ ਤੁਸੀਂ ਵੀ ਸਬਸਕ੍ਰਾਈਬ ਕਰਨਾ, ਤੁਸੀਂ ਵੀ ਆਨਲਾਈਨ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਕਾਲ ਕਰੋ, ਨਹੀਂ ਤਾਂ ਈਮੇਲ ਕਰ ਸਕਦੇ ਹੋ info@landmarkimmigration.com, ਜਿਹਦੇ ਵਿੱਚ ਮੌਕ ਟੈਸਟ ਵੀ ਹੈਗੇ ਆ, ਲਾਈਵ ਕਲਾਸਿਸ ਵੀ ਹੈਗੀਆਂ, ਪੂਰਾ ਗ੍ਰਾਮਰ ਦੀ ਡਿਟੇਲ ਹੈ, ਚਾਰੋਂ ਮੋਡਿਊਲ ਨੂੰ ਕਵਰ ਕੀਤਾ ਗਿਆ ਹੈ ਸਾਡੇ ਆਨਲਾਈਨ ਕਲਾਸਿਸ ਵਿੱਚ। ਤੁਸੀਂ ਆਨਲਾਈਨ ਕਲਾਸਿਸ ਪੜ੍ਹ ਸਕਦੇ ਹੋ ਘਰ ਬੈਠੇ, ਕਿਉਂਕਿ ਦੇਖਣ ਨੂੰ ਆ ਰਿਹਾ ਕਿ ਫਿਊਚਰ ਵਿੱਚ ਆਉਣ ਵਾਲੇ 3-4 ਮਹੀਨੇ ਆਈਲੈਟਸ ਦੇ ਇੰਸਟੀਚਿਊਟਸ ਨਹੀਂ ਖੁੱਲਣਗੇ। ਸੋ 3-4 ਮਹੀਨੇ ਅਸੀਂ ਹੋਰ ਜੇ ਘਰ ਬਹਿਣਾ, ਜਿਨ੍ਹਾਂ ਨੇ +2 ਦੇ ਪੇਪਰ ਦਿੱਤੇ ਹੋਏ ਆ, ਗ੍ਰੈਜੂਏਸ਼ਨ ਦੇ ਐਗਜ਼ਾਮਸ ਦੇਣੇ ਸੀ, ਉਹ ਘਰ ਬੈਠੇ ਆਈਲੈਟਸ ਦੀ ਤਿਆਰੀ ਕਰਨ, ਜ਼ਰੂਰ ਤਿਆਰੀ ਕਰਨ, ਕਿਉਂਕਿ ਜੇ ਉਹ ਆਈਲੈਟਸ ਦੀ ਤਿਆਰੀ ਨਹੀਂ ਕਰਨਗੇ ਜਾਂ ਇੰਗਲਿਸ਼ ਦੀ ਤਿਆਰੀ ਨਹੀਂ ਕਰਨਗੇ ਸੋ ਜਿਹੜੀ ਐਂਟਰੀ ਰਿਕੁਆਇਰਮੈਂਟ ਆ ਉਹ ਫੁੱਲਫਿਲ ਨਹੀਂ ਹੋ ਪਾਏਗੀ। ਸੋ ਤੁਸੀਂ ਘਰ ਬੈਠੇ ਆਨਲਾਈਨ ਆਈਲੈਟਸ ਕਰ ਸਕਦੇ ਹੋ ਤੇ ਜੇ ਤੁਸੀਂ ਐਨਰੋਲ ਹੋਣਾ ਚਾਹੁੰਦੇ ਹੋ ਆਨਲਾਈਨ ਆਈਲੈਟਸ ਕਲਾਸਿਸ ਲਈ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਜ਼ਰੂਰ ਤੁਸੀਂ ਸੰਪਰਕ ਕਰੋ। ਜੀ, ਸੋ ਆਨਲਾਈਨ ਜਿਹੜਾ ਹੈਗਾ ਹੁਣ ਹਰ ਸਿਸਟਮ ਹੋ ਚੁੱਕਿਆ ਹੈ ਨਾ, ਚਾਹੇ ਆਇਲਟਸ ਕਲਾਸਿਸ ਦੀ ਗੱਲ ਕਰੀਏ, ਐਡਮਿਸ਼ਨਸ ਦੀ ਗੱਲ ਕਰੀਏ, ਕਲਾਸਿਸ ਜਿੱਦਾਂ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦੇ ਹੁਣ ਮੇ ਦੀਆਂ ਐਡਮਿਸ਼ਨਸ ਹੋ ਚੁੱਕੀਆਂ ਸੀਗੀਆਂ, ਵੀਜ਼ੇ ਆਏ ਹੋਏ ਸੀ, ਕਲਾਸਿਸ ਸੀਗੀਆਂ ਕੈਨੇਡਾ ਦੇ ਵਿੱਚ, ਬਟ ਅਨਲੱਕੀਲੀ ਚਲੋ ਹੁਣ ਇੱਥੇ ਰਹਿ ਗਏ ਨੇ, ਉਹ ਵੀ ਆਨਲਾਈਨ ਕਲਾਸਿਸ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦੀਆਂ। ਸੋ ਆਨਲਾਈਨ ਕਲਾਸਿਸ ਸਾਰੇ ਕਾਲਜਸ ਨੇ ਸ਼ੁਰੂ ਕਰ ਦਿੱਤੀਆਂ। ਸੋ ਸਟੂਡੈਂਟਸ ਨੂੰ ਆਪਸ਼ਨ ਮਿਲੀ ਕਿ ਉਹ ਆਨਲਾਈਨ ਕਲਾਸਿਸ ਸ਼ੁਰੂ ਕਰ ਸਕਦੇ ਆ, ਨਹੀਂ ਤਾਂ ਉਹ ਆਪਣਾ ਇਨਟੇਕ ਡੈਫਰ ਕਰ ਸਕਦੇ ਆ। ਸੋ ਕੈਨੇਡਾ ਸਰਕਾਰ ਨੇ ਵੀ ਨਿਊਜ਼ ਜਾਰੀ ਕੀਤੀ ਸੀ 10 ਅਪ੍ਰੈਲ ਨੂੰ ਕਿ ਜਿਹੜੇ ਵੀ ਸਟੂਡੈਂਟ ਆਨਲਾਈਨ ਕਲਾਸਿਸ ਲਵਾਉਣਗੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੂਰਾ ਮਿਲੇਗਾ। ਸੋ ਜੇ ਅਸੀਂ ਘਰ ਬੈਠੇ ਆ, ਸਾਡਾ ਵੀਜ਼ਾ ਲੱਗ ਚੁੱਕਿਆ, ਅਸੀਂ ਪੜ੍ਹਾਈ ਕਿਉਂ ਨਹੀਂ ਸ਼ੁਰੂ ਕਰਨਾ ਚਾਹੁੰਦੇ? ਇਹਦੇ ਬਹੁਤ ਸਾਰੇ ਫਾਇਦੇ ਆ ਆਨਲਾਈਨ ਕਲਾਸਿਸ ਦੇ। ਇੱਕ ਤਾਂ ਤੁਸੀਂ ਘਰ ਬੈਠੇ ਪੜ੍ਹਾਈ ਕਰ ਰਹੇ ਹੋ, ਦੂਜਾ ਤੁਸੀਂ ਆਪਣੀ ਅਕੋਮੋਡੇਸ਼ਨ ਦੇ ਜਿਹੜਾ ਫੂਡ ਦੇ ਖਰਚੇ ਨੂੰ ਸੇਵ ਕਰ ਰਹੇ ਹੋ ਘਰ ਬੈਠੇ, ਤੀਜਾ ਬਹੁਤ ਸਾਰੇ ਇਦਾਂ ਦੇ ਐਕਸਪੈਂਸਿਸ ਹੁੰਦੇ ਆ, ਐਂਸਲਰੀ ਐਕਸਪੈਂਸਿਸ, ਇੰਸ਼ੋਰੈਂਸ ਐਕਸਪੈਂਸਿਸ, ਜਿਹੜੇ ਤੁਹਾਨੂੰ ਨਹੀਂ ਦੇਣੇ ਪੈਣਗੇ। ਬਹੁਤ ਸਾਰੇ ਕਾਲਜਸ ਆਨਲਾਈਨ ਕਲਾਸਿਸ ਜੇ ਸਟੂਡੈਂਟ ਲਾਉਂਦਾ ਤਾਂ ਉਹਨਾਂ ਨੂੰ ਛੂਟ ਦੇ ਰਿਹਾ, ਸਕਾਲਰਸ਼ਿਪ ਦੇ ਰਿਹਾ। ਕੋਈ ਕਾਲਜ $1000 ਛੱਡ ਰਿਹਾ, ਕੋਈ ਕਾਲਜ $2000 ਛੱਡ ਰਿਹਾ, ਕੋਈ ਕਾਲਜ $3000 ਛੱਡ ਰਿਹਾ, ਕਿ ਸਾਨੂੰ ਜਦੋਂ ਲੱਖਾਂ ਰੁਪਈਆਂ ਦਾ ਫਾਇਦਾ ਹੋ ਰਿਹਾ ਫਿਰ ਅਸੀਂ ਆਨਲਾਈਨ ਕਲਾਸਿਸ ਕਿਉਂ ਨਹੀਂ ਸ਼ੁਰੂ ਕਰ ਰਹੇ? ਸੋ ਮੇਰੀ ਸਾਰੇ
ਸਟੂਡੈਂਟਸ ਨੂੰ ਇਹੀ ਐਡਵਾਈਸ ਹੈ ਕਿ ਆਨਲਾਈਨ ਕਲਾਸਿਸ ਸ਼ੁਰੂ ਕਰੋ ਆਪਣਾ। ਜੇ ਤੁਸੀਂ ਸਪੋਜ਼ 2 ਸਾਲ ਦੀ ਪੜ੍ਹਾਈ ਕਰਨ ਜਾਣੀ ਹੈ ਔਰ ਜੇ ਤੁਸੀਂ 8 ਮਹੀਨੇ ਦੀ ਯਾਨੀ 2 ਸਮੈਸਟਰ ਆਨਲਾਈਨ ਪੜ੍ਹ ਲੈਂਦੇ ਹੋ ਤਾਂ ਵੀ ਤੁਹਾਨੂੰ ਪੂਰਾ 3 ਸਾਲ ਦਾ ਵਰਕ ਪਰਮਿਟ ਹੀ ਮਿਲੇਗਾ ਜਦੋਂ ਤੁਸੀਂ ਕੈਨੇਡਾ ਪਹੁੰਚੋਗੇ। ਸੋ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਸਾਰੇ ਸਟੂਡੈਂਟਸ ਵਾਸਤੇ ਜਿਹੜੇ ਆਨਲਾਈਨ ਕਲਾਸਿਸ ਲਾਣਾ ਚਾਹੁੰਦੇ ਨੇ ਔਰ ਜਿਹੜੇ ਆਨਲਾਈਨ ਪੜ੍ਹਨਾ ਚਾਹੁੰਦੇ ਨੇ। ਜੀ ਅੱਛਾ, ਇੱਕ ਹੋਰ ਟੈਸਟ ਸੁਣਨ ਦੇ ਵਿੱਚ ਆ ਰਿਹਾ ਸਪੈਸ਼ਲੀ ਸਟੂਡੈਂਟਸ ਦੇ ਵਾਸਤੇ, ਉਹ ਕਿਹੜਾ ਹੈਗਾ ਸੀ? ਬਿਲਕੁਲ ਇੰਗਲਿਸ਼ ਦੇ ਟੈਸਟ ਸੀ, US ਬੇਸਡ ਟੈਸਟ ਹੁੰਦਾ ਸੀ, ਡਿਊਓਲਿੰਗੋ ਟੈਸਟ। ਠੀਕ ਹੈ, US ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਉਹਨੂੰ ਐਕਸੈਪਟ ਕਰਦੀਆਂ ਸੀ ਬਟ ਇਹ ਪੈਂਡੇਮਿਕ ਕਰਕੇ ਬਹੁਤ ਸਾਰੇ 40 ਤੋਂ ਵੀ ਵੱਧ ਕੈਨੇਡਾ ਦੇ ਇੰਸਟੀਚਿਊਟਸ ਨੇ ਡਿਊਓਲਿੰਗੋ ਟੈਸਟ ਐਕਸੈਪਟ ਕਰਨਾ ਸ਼ੁਰੂ ਕਰਤਾ ਹੈ। ਬਹੁਤ ਹੀ ਆਸਾਨ ਟੈਸਟ ਹੈ ਐਜ਼ ਕੰਪੇਅਰ ਟੂ ਜੇ ਅਸੀਂ ਆਈਲੈਟਸ ਕਹੀਏ। ਤੁਸੀਂ ਘਰ ਬੈਠੇ ਡਿਊਓਲਿੰਗੋ ਟੈਸਟ 'ਚ ਅਪੀਅਰ ਕਰ ਸਕਦੇ ਹੋ। ਕਾਸਟ ਵੀ ਸਿਰਫ $49 ਹੈ, ਯਾਨੀ 3500 ਰੁਪਈਆ ਦੇ ਕੇ ਤੁਸੀਂ ਇਹ ਟੈਸਟ ਦੇ ਸਕਦੇ ਹੋ ਜੋ ਇੰਡੀਅਨ ਕਰੰਸੀ 'ਚ ਅਸੀਂ ਕਨਵਰਟ ਕਰੀਏ। ਔਰ ਡਿਊਲਿੰਗੋ ਟੈਸਟ ਦੀ ਜੇ ਅਸੀਂ ਖਾਸੀਅਤ ਕਹੀਏ ਤਾਂ ਡਿਊਲਿੰਗੋ ਟੈਸਟ ਜੋ ਤੁਸੀਂ ਰਜਿਸਟਰ ਕਰਦੇ ਹੋ ਤੁਹਾਨੂੰ 10 ਮੌਕ ਟੈਸਟ ਮਿਲਦੇ ਆ। ਸੋ ਇੰਗਲਿਸ਼ ਦੀ ਜੇ ਤੁਸੀਂ ਤਿਆਰੀ ਕਰ ਲੈਂਦੇ ਹੋ, ਚਾਹੇ ਤੁਸੀਂ ਆਈਲੈਟਸ ਲਈ ਤਿਆਰੀ ਕਰੋ, ਚਾਹੇ ਤੁਸੀਂ ਕਿਸੇ ਤਰੀਕੇ ਵੀ ਆਈਲੈਟਸ ਦੀ ਤਿਆਰੀ ਕਰਦੇ ਹੋ, ਤੁਹਾਡੇ ਡਿਊਲਿੰਗੋ ਟੈਸਟ ਵਿੱਚ ਵੀ ਮਦਦ ਕਰੇਗੀ। ਦੂਸਰੀ ਚੀਜ਼, ਡਿਊਲਿੰਗੋ ਟੈਸਟ ਨੂੰ ਜੇ ਤੁਸੀਂ 10 ਮੌਕ ਟੈਸਟ ਕਰ ਲੈਂਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਰਿਜ਼ਲਟ ਕਿੰਨਾ ਆ ਰਿਹਾ ਹੈ। ਔਰ ਕੁਝ ਕਾਲਜਿਸ ਦੀ ਰਿਕੁਆਇਰਮੈਂਟ 95 ਹੈ, ਕੁਝ ਕਾਲਜਿਸ ਦੀ ਰਿਕੁਆਇਰਮੈਂਟ 105 ਹੈ, ਕੁਝ ਕਾਲਜਿਸ ਦੀ ਰਿਕੁਆਇਰਮੈਂਟ 115 ਹੈ ਫॉर ਡਿਊਲਿੰਗੋ ਟੈਸਟ। ਸੋ ਡਿਊਲਿੰਗੋ ਟੈਸਟ ਅਸੀਂ ਘਰ ਬੈਠੇ ਤਿਆਰੀ ਕਰ ਸਕਦੇ ਹਾਂ। ਜ਼ਰੂਰ ਇੱਕ ਨਵਾਂ ਟੈਸਟ ਆਇਆ ਉਹਨੂੰ ਤੁਸੀਂ ਐਕਸੈਪਟ ਕਰ ਸਕਦੇ ਹੋ, ਪਰ ਫਿਰ ਮੁੱਦਾ ਉੱਠਦਾ, ਬਹੁਤ ਸਾਰੇ ਸਟੂਡੈਂਟ ਜਦੋਂ ਮੈਂ ਲਾਈਵ ਸੈਸ਼ਨ ਕਰਦਾ ਮੈਨੂੰ ਪੁੱਛਦੇ ਨੇ ਕਿ ਡਿਊਲਿੰਗੋ ਟੈਸਟ ਕੈਨੇਡਾ ਐਮਬੈਸੀ ਵੱਲੋਂ ਮਾਨਤਾ ਪ੍ਰਾਪਤ ਹੈ ਜਾਂ ਉਹ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ। ਪਰ ਮੈਂ ਇਸ ਚੀਜ਼ ਤੇ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਹੈ ਕਿ ਡਿਊਲਿੰਗੋ ਟੈਸਟ ਕੈਨੇਡਾ ਐਮਬੈਸੀ ਐਕਸੈਪਟ ਕਰੇਗੀ ਕਿ ਨਹੀਂ ਕਰੇਗੀ। ਬਟ ਜਿਵੇਂ ਕਿ ਅਸੀਂ PTE ਟੈਸਟ ਦਿੰਦੇ ਸੀ ਤਾਂ ਸਾਡੀਆਂ ਫਾਈਲਾਂ ਨਾਨ SDS 'ਚ ਲੌਗਇਨ ਹੁੰਦੀਆਂ ਸੀ ਔਰ PT ਵਾਲੇ ਸਟੂਡੈਂਟਸ ਨੂੰ ਵੀਜ਼ਾ ਮਿਲਦਾ ਸੀ। ਸੋ ਫਿਊਚਰ ਵਿੱਚ ਵੀ ਜਿਹੜੇ ਡਿਊਲਿੰਗੋ ਟੈਸਟ ਕਰਨਗੇ ਉਹਨਾਂ ਦੀਆਂ ਫਾਈਲਾਂ ਨਾਨ SDS ਵਿੱਚ ਲੌਗਇਨ ਹੋਣਗੀਆਂ, ਯਾਨੀ ਕਿ ਜਨਰਲ ਕੈਟੇਗਰੀ ਵਿੱਚ ਲੌਗਇਨ ਹੋਣਗੀਆਂ ਔਰ ਉਹਨਾਂ ਨੂੰ ਵੀ ਵੀਜ਼ਾ ਮਿਲਣ ਦੇ ਪੂਰੇ ਚਾਂਸ ਹੈਗੇ ਜੀ। ਜਿਸਮੇ ਸਰ ਤੁਸੀਂ ਕਿਹਾ ਵੀ ਐਮਬੈਸੀ ਜਿਹੜੀਆਂ ਹੈਗੀਆਂ ਨੇ ਉਹ ਕੰਮ ਕਰ ਰਹੀਆਂ ਨੇ, ਚਾਹੇ ਸਲੋ ਕਰ ਰਹੀਆਂ ਨੇ ਬਟ ਕੰਮ ਹੋ ਰਿਹਾ ਐਮਬੈਸੀ ਦੇ ਵਿੱਚ। ਬਟ ਹਾਊ ਅਬਾਊਟ ਦ VFS, ਕਿਉਂਕਿ ਜਿਹੜੀ ਫਾਈਲ ਹੁੰਦੀ ਹੈ ਉਹ ਤਾਂ ਪਹਿਲਾਂ VFS ਦੇ ਵਿੱਚ ਅਸੀਂ ਡਿਪੋਜ਼ਿਟ ਕਰਵਾਉਣੀ ਹੈ। ਤੁਹਾਨੂੰ ਪਤਾ ਹੀ ਹੈ ਕਿਉਂਕਿ ਕਰੋਨਾ ਵਾਇਰਸ ਕਰਕੇ ਸਰਕਾਰ ਵੱਲੋਂ ਲੋਕਡਾਊਨ ਹੋ ਗਿਆ ਸੀ ਔਰ ਕਾਫੀ ਸਾਰੇ ਦਫਾ 144 ਲੱਗੀ ਹੋਈ ਸੀ, ਕਰਫਿਊ ਇੰਪੋਜ਼ ਹੈਗਾ ਸੀ, ਤਾਂ VFS ਦੇ ਜਿੰਨੇ ਵੀ ਦਫ਼ਤਰ ਹੈਗੇ ਆ ਸਾਰੇ ਬੰਦ ਸੀ। ਸੋ VFS ਦੀ ਜੇ ਅਸੀਂ ਵੈਬਸਾਈਟ ਤੇ ਜਾਂਦੇ ਆ ਤਾਂ ਉਹਨਾਂ ਨੇ ਕਿਹਾ ਕਿ 19 ਮਈ ਨੂੰ ਉਹ ਡਿਸਾਈਡ ਕਰਨਗੇ ਕਿ ਉਹਨਾਂ ਨੇ ਕਿੱਦਣ ਖੁੱਲਣਾ ਹੈ, ਜੇ 19 ਮਈ ਨੂੰ ਖੁੱਲਣਾ ਹੈ ਕਿ 1 ਜੂਨ ਨੂੰ ਖੁੱਲਣਾ ਹੈ। ਸੋ ਕੋਸ਼ਿਸ਼ ਇਹੀ ਹੈ, ਦੇਖਣ ਨੂੰ ਇਹੀ ਮਿਲ ਰਿਹਾ ਹੈ, ਪੋਜ਼ਿਟਿਵ ਸੰਕੇਤ ਆ ਰਹੇ ਆ ਕਿ ਸ਼ਾਇਦ VFS 1 ਜੂਨ ਤੋਂ ਫੁੱਲੀ ਆਪਰੇਸ਼ਨਲ ਹੋ ਜਾਏਗਾ ਔਰ ਤੁਹਾਡੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਆਨਲਾਈਨ ਪ੍ਰੋਸੈਸ ਹੁੰਦੀਆਂ ਸੀ। VFS ਵਿੱਚ ਸਿਰਫ ਬਾਇਓਮੈਟ੍ਰਿਕਸ ਹੁੰਦੇ ਸੀ, ਪਰ ਕਿਤੇ ਨਾ ਕਿਤੇ ਕਰੋਨਾ ਵਾਇਰਸ ਕਰਕੇ ਪਤਾ ਨਹੀਂ ਹੁਣ ਤੁਹਾਡੇ ਫਿੰਗਰਪ੍ਰਿੰਟਸ ਹੋਣਗੇ ਕਿ ਨਹੀਂ ਹੋਣਗੇ, ਕੀ ਨਵੀਂ ਰੈਗੂਲੇਸ਼ਨ ਆਏਗੀ, ਇਹਦੇ ਬਾਰੇ ਹਲੇ ਕੋਈ ਵੀ ਅਪਡੇਟ ਨਹੀਂ ਆਇਆ। ਬਟ ਜਿਹੜੇ ਮੈਡੀਕਲਸ ਹੈਗੇ ਆ ਉਹ ਡਾਕਟਰਸ ਨੇ ਕਰਨੇ ਸ਼ੁਰੂ ਕਰਤੇ ਆ। ਸੋ ਜੇ ਤੁਸੀਂ ਮੈਡੀਕਲ ਬੁੱਕ ਕਰਕੇ ਆਪਣੇ ਮੈਡੀਕਲ ਕਰਾਉਣਾ ਚਾਹੁੰਦੇ ਹੋ, GIC ਔਰ ਫੀਸ ਪੇ ਕੀਤੀ ਹੋਈ ਹੈ, ਤਾਂ ਉਹ ਬੇਸ਼ੱਕ ਤੁਸੀਂ ਕਰਾ ਸਕਦੇ ਹੋ ਜੀ। ਸੋ ਹੁਣ ਆਨਲਾਈਨ ਜਿੱਦਾਂ ਐਡਮਿਸ਼ਨਸ ਹੋ ਰਹੀਆਂ ਹੈਗੀਆਂ ਨੇ, ਤੁਸੀਂ ਜਿੱਦਾਂ ਖੁਦ ਵੀ ਕਿਹਾ ਵੀ ਚਲੋ ਠੀਕ ਹੈ ਲੈਂਡਮਾਰਕ ਇਮੀਗ੍ਰੇਸ਼ਨ ਆਨਲਾਈਨ ਸਰਵਿਸਿਜ਼ ਦੇ ਰਹੇ ਹੈਗੇ ਨੇ, ਜਿਹੜੇ ਵੀ ਸਟੂਡੈਂਟਸ ਇਨਰੋਲ ਹੋ ਰਹੇ ਹੈਗੇ ਨੇ ਫਿਰ ਉਹਨਾਂ ਦੇ ਰਿਜ਼ਲਟ ਕਦੋਂ ਤੱਕ ਆਣਗੇ? ਦੇਖੋ, ਜਿਹੜਾ ਸਟੂਡੈਂਟ ਹੁਣੇ ਆਨਲਾਈਨ ਲਈ ਆਪਣੀ ਪਹਿਲਾਂ ਤੋਂ ਆਫਰ ਲੈਟਰ ਅਪਲਾਈ ਕਰਦਾ, ਪਹਿਲਾਂ ਤੁਹਾਨੂੰ ਇਹ ਡਿਸਾਈਡ ਕਰਨਾ ਕਿ ਮੈਂ ਸਪਟੈਂਬਰ ਇਨਟੇਕ ਲਈ ਅਪਲਾਈ ਕੀਤਾ ਹੈ ਕਿ ਜਨਵਰੀ ਇਨਟੇਕ ਲਈ ਅਪਲਾਈ ਕੀਤਾ। ਸੋ ਜੇ ਤੁਸੀਂ ਸਪਟੈਂਬਰ ਇਨਟੇਕ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਫੀਸ ਜਮ੍ਹਾਂ ਆਫਰ ਲੈਟਰ ਅੱਜ ਦੀ ਰੇਟ 'ਚ ਕੁਝ ਕਾਲਜਿਸ 2 ਦਿਨ 'ਚ ਦੇ ਰਹੇ ਆ, ਕੋਈ ਕਾਲਜ 10 ਦਿਨ ਲੈ ਰਿਹਾ, ਕੋਈ ਕਾਲਜ ਦਾ ਜਿਹੜਾ ਪ੍ਰੋਸੈਸ ਹੈਗਾ 4 ਹਫ਼ਤੇ ਦਾ ਹੈਗਾ। ਤੁਸੀਂ ਸਰਪ੍ਰਾਈਜ਼ ਹੋਵੋਗੇ ਸੁਣ ਕੇ ਕਿ ਸਪਟੈਂਬਰ ਇਨਟੇਕ ਲਈ ਬਹੁਤ ਸਾਰੇ ਇੱਦਾਂ ਦੇ ਕਾਲਜਿਸ ਹੈਗੇ ਆ ਜਿਹੜੇ ਕਲੋਜ਼ ਹੈ, ਬਿਲਕੁਲ ਫਿਨਿਸ਼ ਹੋ ਚੁੱਕੇ ਆ, ਜਿਨ੍ਹਾਂ 'ਚ ਸੀਟਸ ਅਵੇਲੇਬਲ ਨਹੀਂ ਹੈਗੀ ਹੈ। ਸੋ ਜੇ ਤੁਸੀਂ ਸਪਟੈਂਬਰ ਇਨਟੇਕ ਲਈ ਜਾਣਾ ਤਾਂ ਕੁਝ ਹੀ ਚੁਣਿੰਦਾ ਕਾਲਜ ਹੈਗੇ ਆ ਜਿਨ੍ਹਾਂ 'ਚ ਤੁਸੀਂ ਸਪਟੈਂਬਰ ਇਨਟੇਕ ਲਈ ਐਡਮਿਸ਼ਨ ਲੈ ਸਕਦੇ ਹੋ। ਪਰ ਮੈਂ ਇੱਥੇ ਇੱਕ ਚੀਜ਼ ਕਲੀਅਰ ਕਰ ਸਕਾਂਗਾ, ਜੇ ਬਾਰਡਰ ਨਹੀਂ ਖੁੱਲਦੇ ਤਾਂ ਤੁਸੀਂ ਸਪਟੈਂਬਰ ਇਨਟੇਕ ਲਈ ਨਹੀਂ ਜਾ ਪਾਓਗੇ। ਇਹ ਬਿਲਕੁਲ ਤੁਸੀਂ ਕਲੀਅਰ ਕਰੋ। ਸੋ ਸਪਟੈਂਬਰ ਇਨਟੇਕ ਲਈ ਸਪੋਜ਼ ਤੁਸੀਂ ਨਹੀਂ ਵੀ ਜਾ ਪਾਉਂਦੇ, ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਸਟੂਡੈਂਟਸ ਲਾਣ, ਘਰ ਬੈਠੇ ਪੜ੍ਹਾਈ ਕਰਨ ਔਰ ਆਪਣਾ ਟਾਈਮ ਯੂਟਿਲਾਈਜ਼ ਕਰਨ, ਕਿਉਂਕਿ ਕੈਨੇਡਾ ਸਰਕਾਰ ਬਾਰ-ਬਾਰ ਇਹੀ ਕਹਿ ਰਹੀ ਹੈ ਕਿ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲ ਜਾਏਗਾ ਉਹ ਆਨਲਾਈਨ ਸਟੱਡੀਜ਼ ਕਰ ਸਕਦੇ ਨੇ। ਸੋ ਨਹੀਂ, ਬਟ ਜਿੱਦਾਂ ਇਹ ਵੀ ਤਾਂ ਨਿਊਜ਼ ਹੈ ਇੱਕ ਤਰ੍ਹਾਂ ਦੀ ਕਿ ਵੀ ਆ ਰਹੀ ਹੈ ਕਿ ਫਲਾਈਟਸ ਵੀ ਸਟਾਰਟ ਹੋ ਜਾਣਗੀਆਂ। ਅਗਰ ਫਲਾਈਟਸ ਸ਼ੁਰੂ ਹੋ ਜਾਂਦੀਆਂ ਨੇ ਵੀ ਸਟੂਡੈਂਟਸ ਨੂੰ ਭੇਜਣਗੇ ਉਹ? ਬੇਸ਼ੱਕ ਜੇ ਫਲਾਈਟ ਸ਼ੁਰੂ ਹੋ ਜਾਂਦੀਆਂ
ਆਉਣਗੀਆਂ ਤਾਂ ਅਪਡੇਸ਼ਨ ਆਏਗੀ, ਉਹ ਸਟੂਡੈਂਟ ਜਾ ਪਾਏਗਾ। ਪਰ ਜਿਹੜਾ ਸੈਪਟੈਂਬਰ ਸੈਸ਼ਨ ਹੈ ਉਹ 90% ਆਨਲਾਈਨ ਹੀ ਲੱਗੇਗਾ, ਚਾਹੇ ਤੁਸੀਂ ਕੈਨੇਡਾ ਜਾ ਕੇ ਲਾਓ ਚਾਹੇ ਤੁਸੀਂ ਇੰਡੀਆ ਬੈ ਕੇ ਲਾਓ। ਤੁਸੀਂ ਇਹ ਚੀਜ਼ ਤੇ ਸਪਸ਼ਟ ਹੋਣੀ ਚਾਹੀਦੀ। ਯੂ ਸੁਜੈਸਟ ਕਿ ਵੀ ਹਾਂਜੀ ਸਟੂਡੈਂਟਸ ਨੂੰ ਚਲੇ ਜਾਣਾ ਚਾਹੀਦਾ ਹੈ ਆਨਲਾਈਨ ਕਰਨਾ? ਸਾਡੇ ਜਿਹੜੇ ਪੰਜਾਬੀ ਸਟੂਡੈਂਟ ਹੈਗੇ ਆ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕੈਨੇਡਾ ਪਹੁੰਚਣ ਦੀ, ਪਰ ਉਹ ਇਹ ਨਹੀਂ ਸੋਚਦੇ ਹੈਗੇ ਕਿ ਜੇ ਉੱਥੇ ਪਹੁੰਚਦੇ ਆ ਤਾਂ ਸਾਡਾ ਮੀਟਰ ਡਾਲਰ 'ਚ ਸ਼ੁਰੂ ਹੋ ਜਾਂਦਾ ਹੈ, ਜਿਹੜਾ ਅਕੋਮੋਡੇਸ਼ਨ ਹੈ ਡਾਲਰ 'ਚ, ਜਿਹੜੀ ਕੀ ਕਹਿੰਦੇ ਹੈ ਖਰਚ ਖਾਣਾ ਪੀਣਾ ਹੈ ਡਾਲਰਸ ਵਿੱਚ ਖਰਚਾ ਹੈ, ਔਰ ਲਾਣੀਆਂ ਤੁਸੀਂ ਆਨਲਾਈਨ ਕਲਾਸਿਸ ਹੀ ਹੈ। ਕੋਈ ਐਕਸਪੀਰੀਅੰਸ ਨਹੀਂ ਮਿਲਣਾ ਤੁਹਾਨੂੰ ਉੱਥੇ ਜਾ ਕੇ, ਕੋਈ ਤੁਹਾਡੀਆਂ ਪ੍ਰੈਕਟੀਕਲ ਕਲਾਸਿਸ ਨਹੀਂ ਲੱਗਣੀਆਂ ਉੱਥੇ ਜਾ ਕੇ। ਸੋ ਜੇ ਆਨਲਾਈਨ ਕਲਾਸਿਸ ਹੀ ਲੱਗਣੀਆਂ ਤਾਂ ਬੈਨੀਫਿਟ ਘਰ ਬਹਿ ਕੇ ਲਾਉਣ ਦਾ ਹੈ। ਠੀਕ ਹੈ, ਚਾਹੇ ਤੁਸੀਂ ਜਦੋਂ ਨੈਕਸਟ ਇਨਟੇਕ 4 ਮਹੀਨੇ ਬਾਅਦ ਜਾ ਕੇ ਕੈਨੇਡਾ ਪਹੁੰਚ ਸਕਦੇ ਹੋ। ਸੋ ਜਿੰਨੇ ਵੀ ਸਟੂਡੈਂਟ ਦਾ ਵੀਜ਼ਾ ਲੱਗ ਜਾਏਗਾ, ਜੇ ਆਨਲਾਈਨ ਕਲਾਸਿਸ ਹੀ ਲੱਗਦੀਆਂ, ਚਾਹੇ ਉਹ ਕੈਨੇਡਾ ਹੋਵੇ ਚਾਹੇ ਇੰਡੀਆ ਹੋਵੇ, ਤਾਂ ਸਟੂਡੈਂਟਸ ਨੂੰ ਆਪਣੇ ਘਰ ਰਹਿ ਕੇ ਕਲਾਸਾਂ ਲਾਉਣ ਦਾ ਜ਼ਿਆਦਾ ਬੈਨੀਫਿਟ ਹੈ। ਪਰ ਜੇ ਫਲਾਈਟਸ ਖੁੱਲਦੀਆਂ ਤਾਂ ਸਟੂਡੈਂਟਸ ਬੇਸ਼ੱਕ ਕੈਨੇਡਾ ਜਾ ਪਾਣਗੇ। ਜੀ ਜੀ। ਉੱਥੋਂ ਦੇ ਕਾਲਜਸ ਕੀ ਕਹਿ ਰਹੇ ਨੇ ਕਿ ਹਾਂਜੀ ਉਹਨਾਂ ਨੇ ਆਪਣੇ ਕਾਲਜਸ ਓਪਨ ਕੀਤੇ ਹੋਏ ਨੇ, ਸਟੂਡੈਂਟਸ ਆ ਰਹੇ ਨੇ, ਬਿਲਕੁਲ ਆਫਰ ਲੈਟਰਸ ਆ ਰਹੀਆਂ ਨੇ, ਪੂਰਾ ਕੰਮ ਚੱਲ ਰਿਹਾ ਹੈ, ਆਫ ਡੇਲੀ ਸੈਸ਼ਨਸ ਹੋ ਰਹੇ ਨੇ ਸਾਡੇ ਕਾਲਜਸ ਨਾਲ, ਡੇਲੀ ਮੇਰੀ ਕਿਸੇ ਨਾ ਕਿਸੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਡੇਲੀ, ਕਿਉਂਕਿ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਸੀ, ਸਟੂਡੈਂਟਸ ਦੀ ਕੁਐਰੀਜ਼ ਹੁੰਦੀਆਂ ਸੀ। ਮੈਂ ਪਰਸਨਲੀ ਸਾਰੇ ਸਟੂਡੈਂਟਸ ਦੀ ਕੁਐਰੀਜ਼ ਲੈ ਰਿਹਾ, ਮੈਂ ਸਾਰੇ ਸਟੂਡੈਂਟਸ ਦੀ ਕੁਐਰੀਜ਼ ਕਲੀਅਰ ਕਰ ਰਿਹਾ। ਸੋ ਇਸ ਚੀਜ਼ ਉੱਤੇ ਮੈਂ ਕੀ ਕਹਿੰਦੇ ਆ ਸਾਰੇ ਸਟੂਡੈਂਟਸ ਨੂੰ ਕਲੀਅਰ ਕਰਨਾ ਚਾਹਾਂਗਾ ਕਿ ਸਾਡੇ ਕਾਲਜਸ, ਕਈ ਵਾਰੀ ਸਟੂਡੈਂਟ ਸਾਡੇ ਫੇਸਬੁੱਕ ਪੇਜ ਤੇ ਲਿਖ ਦਿੰਦੇ ਆ ਕਿ ਆਫਰ ਲੈਟਰਾਂ ਨਹੀਂ ਆ ਰਹੀਆਂ, ਕਾਲਜ ਬੰਦ ਪਏ ਨੇ। ਸੋ ਇਹ ਸਾਰੀ ਚੀਜ਼ ਮੈਂ ਤੁਹਾਨੂੰ ਬਿਲਕੁਲ ਤੁਹਾਡੀ ਗਲਤਫਹਿਮੀ ਹੈ। ਕਾਲਜਸ ਦੀਆਂ ਆਫਰ ਲੈਟਰ ਜਿੱਦਣ ਦਾ ਲੋਕਡਾਊਨ ਹੋਇਆ, ਡੇਲੀ ਵੀ ਆਰ ਗੈਟਿੰਗ 10 to 15 ਨਿਊ ਆਫਰ ਲੈਟਰਸ ਐਂਡ ਸਟੂਡੈਂਟ ਆਪਣੀ ਫੀਸ ਵੀ ਜਮ੍ਹਾਂ ਕਰਾ ਰਹੇ ਨੇ, ਕਿਉਂਕਿ ਜੇ ਤੁਸੀਂ ਆਫਰ ਲੈਟਰ ਅਪਲਾਈ ਕੀਤੀ ਹੈ, ਸੋ ਜਿਨ੍ਹਾਂ ਦੀ ਆਫਰ ਲੈਟਰ ਐਕਸਪਾਇਰ ਹੋ ਜਾਏਗੀ ਉਹਨਾਂ ਨੂੰ ਆਪਣਾ ਪ੍ਰੋਸੈਸ ਦੁਬਾਰਾ ਤੋਂ ਫਰਸਟ ਸਟੈਪ ਤੋਂ ਸਟਾਰਟ ਕਰਨਾ ਪਏਗਾ। ਪਹਿਲਾਂ ਆਫਰ ਲੈਟਰ ਅਪਲਾਈ ਕਰਨੀ ਪਏਗੀ, ਫਿਰ ਫੀਸ ਪੇ ਕਰਨੀ ਪਏਗੀ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਹੈ ਕਿ ਤੁਸੀਂ ਆਪਣੀ ਜੋ ਆਫਰ ਲੈਟਰ ਮੰਗਾਈ ਹੈ ਤਾਂ ਆਪਣੀ ਟਿਊਸ਼ਨ ਫੀਸ ਜ਼ਰੂਰ ਪੇ ਕਰੋ। ਜੀ ਜੀ। ਸੋ ਪ੍ਰੋਸੈਸ ਜਿਹੜਾ ਜੀ ਆਮ ਸ਼ੋਰ ਵੀ ਜਿੱਦਾਂ ਪਹਿਲਾਂ ਅਸੀਂ ਅਪਲਾਈ ਕਰਦੇ ਆਏ ਆ ਉਹ ਸੇਮ ਹੀ ਹੈਗਾ, ਕੋਈ ਚੇਂਜਸ ਜਿਹੜੀਆਂ ਹੈਗੀਆਂ ਨੇ ਨਹੀਂ ਵੇਖਣ ਨੂੰ ਮਿਲ ਰਹੀਆਂ? ਹਲੇ ਤੱਕ ਕੋਈ ਵੀ ਅਪਡੇਟ ਨਹੀਂ ਆਇਆ, ਚੇਂਜਸ ਜ਼ਰੂਰ ਆਣਗੀਆਂ। ਓਕੇ, ਚੇਂਜਸ ਜ਼ਰੂਰ ਆਣਗੀਆਂ, ਜਿੱਦਾਂ ਕਿ ਅਸੀਂ ਕਹੀਏ ਕਿ ਬਾਇਓਮੈਟ੍ਰਿਕਸ ਹੋਣਗੇ ਕਿ ਨਹੀਂ ਹੋਣਗੇ, ਇੱਥੇ ਬਹੁਤ ਜ਼ਿਆਦਾ ਸ਼ੰਕਾ ਹੈ। ਮੈਡੀਕਲਸ ਤੋਂ ਬਿਨਾਂ ਫਾਈਲ ਲੱਗੇਗੀ ਕਿ ਨਹੀਂ ਲੱਗੇਗੀ, ਫਿਊਚਰ ਵਿੱਚ ਕਰੋਨਾ ਵਾਇਰਸ ਦਾ ਮੈਡੀਕਲ ਹੋਏਗਾ ਬੱਚੇ ਦਾ ਜਾਣ ਤੋਂ ਪਹਿਲਾਂ ਕਿ ਨਹੀਂ ਹੋਏਗਾ। ਸੋ ਬਹੁਤ ਸਾਰੇ ਚੇਂਜਸ ਐਕਸੈਪਟ ਕਰ ਸਕਦੇ ਹਾਂ। GIC ਪੇ ਕਰਨਾ ਹੋਏਗਾ ਜਿਹੜੇ ਸਟੂਡੈਂਟਸ ਆਨਲਾਈਨ ਕਲਾਸਿਸ ਲਾਣਗੇ ਕਿ ਨਹੀਂ ਪੇ ਕਰਨਾ ਹੋਏਗਾ। ਸੋ ਬਹੁਤ ਸਾਰੇ ਚੇਂਜਸ ਐਕਸੈਪਟ ਹੋ ਸਕਦੇ ਆ ਫਿਊਚਰ ਵਿੱਚ ਆਉਣ, ਪਰ ਹੱਲੇ ਕੋਈ ਵੀ ਐਮਬੈਸੀ ਵੱਲੋਂ ਰਿਟਨ ਚ ਕੋਈ ਵੀ ਕੀ ਕਹਿੰਦੇ ਆ ਕੋਈ ਇਨਫੋਰਮੇਸ਼ਨ ਨਹੀਂ ਹੈ। ਜਿਹੜੀ ਇਨਫੋਰਮੇਸ਼ਨ ਆਈ ਹੈ ਕਿ ਆਨਲਾਈਨ ਕਲਾਸਿਸ ਨੂੰ ਲੈ ਕੇ ਇਨਫੋਰਮੇਸ਼ਨ ਬਹੁਤ ਵੱਡੀ ਆਈ ਹੈ, ਔਰ ਪਰਸੋਂ ਦੀ ਹੀ ਨਿਊਜ਼ ਹੈ ਕਿ ਜਿੰਨੀਆਂ ਵੀ ਕਲਾਸਿਸ ਹੋਣਗੀਆਂ 90% ਸੈਪਟੈਂਬਰ ਇਨਟੇਕ ਵਿਲ ਬੀ ਆਨਲਾਈਨ। ਤੁਸੀਂ ਚਾਹੇ ਕੈਨੇਡਾ ਜਾ ਕੇ ਆਨਲਾਈਨ ਕਲਾਸਿਸ ਲਗਾਓ, ਚਾਹੇ ਤੁਸੀਂ ਇੰਡੀਆ ਰਹਿ ਕੇ ਆਨਲਾਈਨ ਕਲਾਸਿਸ ਲਗਾਓ, ਇਹ ਸਪਸ਼ਟ ਕਰ ਦਿੱਤਾ ਗਿਆ ਹੈ। ਜੀ ਜੀ। ਅੱਛਾ, ਸਟੂਡੈਂਟਸ ਨੂੰ ਪਤਾ ਕਿੱਦਾਂ ਲੱਗੇਗਾ ਵੀ ਹਾਂਜੀ ਉਹਨਾਂ ਦੀਆਂ ਆਨਲਾਈਨ ਕਲਾਸਿਸ ਸ਼ੁਰੂ ਹੋ ਚੁੱਕੀਆਂ ਨੇ? ਸੀ ਬਿਲਕੁਲ, ਜਿਹੜੇ ਸਟੂਡੈਂਟਸ ਦਾ ਵੀਜ਼ਾ ਆ ਜਾਏਗਾ, ਜਿਨ੍ਹਾਂ ਨੇ ਸਪਟੈਂਬਰ ਇਨਟੇਕ ਲਈ ਅਪਲਾਈ ਕਰਨਾ ਹੋਏਗਾ, ਔਰ ਜਿਹੜੇ ਸਟੂਡੈਂਟ ਦਾ ਵੀਜ਼ਾ ਆ ਜਾਏਗਾ ਉਹਨਾਂ ਨੂੰ ਕਾਲਜਸ ਉਹਨਾਂ ਦੀ ਈਮੇਲ ਆਈਡੀ ਤੇ ਲੌਗਇਨ ਆਈਡੀ ਔਰ ਪਾਸਵਰਡ ਭੇਜਣਗੇ। ਸੋ ਲੌਗਇਨ ਆਈਡੀ ਔਰ ਪਾਸਵਰਡ ਪਾ ਕੇ ਆਪਣੀਆਂ ਆਨਲਾਈਨ ਕਲਾਸਿਸ ਲਗਾ ਸਕਦੇ ਆ। ਨਹੀਂ ਤਾਂ ਅਸੀਂ ਵੀ ਹਰ ਸਟੂਡੈਂਟ ਨੂੰ ਕਾਲ ਕਰਕੇ ਦੱਸਾਂਗੇ ਕਿ ਤੁਹਾਡੀਆਂ ਆਨਲਾਈਨ ਕਲਾਸਿਸ ਸ਼ੁਰੂ ਹੋ ਚੁੱਕੀਆਂ। ਨਹੀਂ ਤਾਂ ਜਿਨ੍ਹਾਂ ਦਾ ਵੀਜ਼ਾ ਆ ਚੁੱਕਿਆ ਆਪਣੇ ਸਟੂਡੈਂਟ ਨੰਬਰ ਦੇ ਨਾਲ ਕਾਲਜਸ ਨੂੰ ਕੰਟੈਕਟ ਕਰ ਸਕਦੇ ਆ ਕਿ ਮੈਨੂੰ ਮੇਰਾ ਵੀਜ਼ਾ ਲੱਗ ਚੁੱਕਿਆ, ਮੇਰਾ ਇਹ ਸਟੂਡੈਂਟ ਨੰਬਰ ਹੈ, ਮੈਂ ਫੀਸ ਭਰੀ ਹੋਈ ਹੈ ਔਰ ਮੈਂ ਆਨਲਾਈਨ ਕਲਾਸਿਸ ਲਾਣਾ ਚਾਹੁੰਦਾ, ਤਾਂ ਇੰਟਰਨੈਸ਼ਨਲ ਡਿਪਾਰਟਮੈਂਟ ਉਸੇ ਵੇਲੇ ਹੀ ਤੁਹਾਨੂੰ ਕੰਟੈਕਟ ਕਰੇਗਾ। ਜੀ। ਸੋ ਫਿਲਹਾਲ ਸਾਡੇ ਵਿਦਿਆਰਥੀ, ਸਾਡੇ ਦਰਸ਼ਕ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਘਰ ਬੈਠੇ ਲੈ ਸਕਦੇ ਨੇ। ਆਨਲਾਈਨ ਸਰਵਿਸ ਤੁਹਾਨੂੰ ਦੇ ਰਹੇ ਨੇ ਜੀ ਲੈਂਡਮਾਰਕ ਇਮੀਗ੍ਰੇਸ਼ਨ। ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਆਫਿਸ, ਜਿੱਥੇ ਤੁਸੀਂ ਯਾਨੀ ਕਿ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਨੰਬਰ ਤੁਹਾਡੀ ਸਕਰੀਨ ਦੇ ਉੱਤੇ। ਇਸ ਦੇ ਨਾਲ ਅਗਰ ਕੋਈ ਸਵਾਲ ਹੈਗਾ ਤਾਂ ਤੁਸੀਂ ਇਹਨਾਂ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਸਵਾਲ ਆਪਣਾ ਜ਼ਰੂਰ ਛੱਡ ਸਕਦੇ ਹੋ ਤੇ ਫੋਲੋ ਕਰ ਸਕਦੇ ਹੋ ਜੀ ਇਹਨਾਂ ਨੂੰ ਇੰਸਟਾਗ੍ਰਾਮ ਤੇ ਵੀ। YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਫਿਲਹਾਲ ਮਿਸਟਰ ਜਸਮੀਤ ਭਾਟੀਆ ਅੱਜ ਦੇ ਸਾਡੇ ਸਟੱਡੀ ਵੀਜ਼ਾ ਐਕਸਪਰਟਸ, ਕਿਉਂਕਿ ਸਵਾਲ ਇੰਨੇ ਜ਼ਿਆਦਾ ਸੀ ਜੀ ਸਾਡੇ ਸਟੂਡੈਂਟਸ ਦੇ, ਤੇ ਇਸ ਵਾਸਤੇ ਜ਼ਰੂਰੀ ਬਣ ਗਿਆ ਕਿ ਹਾਂਜੀ ਅਸੀਂ ਸਾਡੇ ਐਕਸਪਰਟ ਨੂੰ ਇੱਥੇ ਹਾਜ਼ਰ ਕਰੀਏ ਤੇ ਤੁਹਾਡੇ ਨਾਲ ਜਿਹੜੀ ਹੈਗੀ ਗੱਲਬਾਤ ਜਿਹੜੀ ਹੈਗੀ ਉਹ ਤੁਹਾਨੂੰ ਕਰਨ ਦਾ ਮੌਕਾ, ਜਿਹੜਾ ਸਵਾਲ ਸਾਂਝੇ ਕਰਨ ਦਾ ਮੌਕਾ ਮਿਲਦਾ। ਸੋ ਜਿੰਨੇ ਵੀ ਡਾਊਟਸ ਆਈ ਐਮ ਸ਼ੋਰ ਵੀ ਸਾਡੇ ਸਟੂਡੈਂਟਸ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਜ਼ਰੂਰ ਕਲੀਅਰ ਹੋਣ। ਬਟ ਫਿਲਹਾਲ ਜੀ ਤੁਹਾਡੇ ਵਾਸਤੇ ਇਸੇ ਲਈ
ਫੇਸਬੁੱਕ ਜਿਹੜਾ ਹੈਗਾ ਅਸੀਂ ਤੁਹਾਡੇ ਵਾਸਤੇ ਆਪਸ਼ਨ ਦੇ ਵਿੱਚ ਰੱਖਿਆ ਕਿ ਅਗਰ ਤੁਹਾਡਾ ਕੋਈ ਸਵਾਲ ਹੁੰਦਾ ਹੈ ਆਪਣੀ ਤੁਹਾਡੀ ਸਟੱਡੀ ਨੂੰ ਲੈ ਕੇ ਹੈਗਾ, ਚਾਹੇ ਆਇਲਸ ਸਕੋਰ ਨੂੰ ਲੈ ਕੇ, ਜਿੱਦਾਂ ਡਿਊਲਿੰਗੋ ਟੈਸਟ ਦੇ ਬਾਰੇ ਅੱਜ ਅਸੀਂ ਡਿਸਕਸ ਕੀਤਾ ਹੈਗਾ, ਉਹਨੂੰ ਲੈ ਕੇ ਕੋਈ ਵੀ ਸਵਾਲ ਹੈ ਤਾਂ ਤੁਸੀਂ ਡੈਫੀਨੇਟਲੀ ਆਪਣਾ ਸਵਾਲ ਜਿਹੜਾ ਹੈਗਾ ਆਪਣੇ ਨੰਬਰ ਸਮੇਤ ਜ਼ਰੂਰ ਛੱਡੋ ਤਾਂ ਕਿ ਤੁਹਾਨੂੰ ਕਾਲ ਬੈਕ ਕੀਤੀ ਜਾ ਸਕੇ। ਤੇ ਇਸੇ ਐਪੀਸੋਡ ਦੇ ਵਿੱਚ ਹੀ ਅਸੀਂ ਉਹਨਾਂ ਸਟੂਡੈਂਟਸ ਦੇ ਨਾਲ ਵੀ ਜ਼ਰੂਰ ਗੱਲਬਾਤ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਜਿਨ੍ਹਾਂ ਦੇ ਵੀਜ਼ੇ ਆਏ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ, ਇਹਨਾਂ ਦਾ ਐਕਸਪੀਰੀਅੰਸ ਵੀ ਜ਼ਰੂਰ ਜਾਣਨ ਦਾ ਮੌਕਾ ਜਿਹੜਾ ਹੈਗਾ ਸਾਨੂੰ ਮਿਲਦਾ ਹੈਗਾ। ਤੇ ਫਿਲਹਾਲ ਜਾਣ ਤੋਂ ਪਹਿਲਾਂ ਮੈਸੇਜ ਸਾਡੇ ਵਿਦਿਆਰਥੀਆਂ ਦੇ ਵਾਸਤੇ ਜਾਂ ਸਾਡੇ ਦਰਸ਼ਕਾਂ ਦੇ ਵਾਸਤੇ ਜਿਹੜੇ ਹਾਲੇ ਵੀ ਇਹ ਸੋਚਦੇ ਨੇ, ਕਿਉਂਕਿ ਕਾਫੀ ਸਵਾਲ ਜਿਹੜੇ ਹੈਗੇ ਨੇ ਉਹਨਾਂ ਦੇ ਡਾਊਟਸ ਆਈ ਐਮ ਸ਼ੋਰ ਵੀ ਕਲੀਅਰ ਹੋ ਚੁੱਕੇ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ, ਬਟ ਫਿਰ ਵੀ ਕਿ ਹਾਂਜੀ ਅਭੀ ਅਸੀਂ ਅਪਲਾਈ ਕਰੀਏ ਜਾਂ ਨਾ ਕਰੀਏ ਵੀ ਸਾਨੂੰ ਹੁਣ ਬੈਨੀਫਿਟ ਹੋਏਗਾ ਜਾਂ ਫਿਰ ਅਸੀਂ ਵੇਟ ਹੀ ਕਰੀਏ ਵੀ ਜਦੋਂ ਤੱਕ ਪ੍ਰੋਪਰਲੀ ਓਪਨ ਨਹੀਂ ਹੋ ਜਾਂਦਾ ਸਭ ਕੁਝ ਸਿਸਟਮ। ਜੇ ਅਸੀਂ ਵੇਟ ਕਰਾਂਗੇ ਤਾਂ ਤੁਸੀਂ ਮੰਨ ਕੇ ਚੱਲੋ ਕਿ ਜਨਵਰੀ ਇਨਟੇਕ ਮਿਸ ਹੋ ਜਾਏਗਾ। ਅੱਛਾ, ਤੁਸੀਂ ਫਿਰ ਜਾਓਗੇ ਮਈ ਜਾਂ ਸਤੰਬਰ। ਜੇ ਤੁਸੀਂ ਆਈਲੈਟਸ ਕੀਤੀ ਹੋਈ ਹੈ, ਡਾਕੂਮੈਂਟ ਸਾਰੇ ਰੈਡੀ ਹੈ, ਯੂ ਸ਼ੁਡ ਅਪਲਾਈ ਫॉर ਸਤੰਬਰ ਔਰ ਜਨਵਰੀ ਇਨਟੇਕ। ਤੁਸੀਂ ਜੇ ਆਪਣੇ ਕੇਸ ਦੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਪਰਸਨਲੀ ਤੁਹਾਡੇ ਕੇਸ ਦੀ ਅਸੈਸਮੈਂਟ ਕਰਾਂਗਾ। ਤੁਸੀਂ ਈਮੇਲ ਕਰੋ info@landmarkimmigration ਤੇ ਔਰ ਆਈ ਵਿਲ ਡੂ ਪਰਸਨਲੀ ਅਸੈਸਮੈਂਟ ਆਫ ਯਰ ਕੇਸ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸਤੰਬਰ ਔਰ ਜਨਵਰੀ ਇਨਟੇਕ ਲਈ ਤਾਂ ਵੀ ਸਾਰੀਆਂ ਆਪਸ਼ਨਸ ਤੁਹਾਨੂੰ ਦਿੱਤੀਆਂ ਜਾਣਗੀਆਂ ਔਰ ਟਾਈਮ ਟੂ ਟਾਈਮ ਅਪਡੇਟਸ ਲੈਣ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਔਰ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜਸਮੀਤ ਸਰ। ਤੇ ਇਸੇ ਤਰ੍ਹਾਂ ਹੁਣ ਮੈਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਤੇ ਸਾਡੇ ਵਿਦਿਆਰਥੀ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ 12ਵੀਂ ਤੋਂ ਬਾਅਦ, ਤੇ ਕੀ ਕਹਿਣਾ ਸੀ ਇਹਨਾਂ ਸਾਰਿਆਂ ਦਾ ਜਿਨ੍ਹਾਂ ਤੇ ਵੀਜ਼ੇ ਆਏ ਨੇ ਸਪੈਸ਼ਲੀ ਕੈਨੇਡਾ ਦੇ, ਆਓ ਵੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਇੱਕ ਹੋਰ ਸਟੂਡੈਂਟ ਆ ਚੁੱਕੇ ਨੇ ਅੱਜ, ਹਰਸ਼ਰਨਦੀਪ ਕੌਰ, ਜਿਹੜੇ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਫਾਈਨਲੀ ਵੀਜ਼ਾ ਸਟੈਂਪ ਹੋ ਚੁੱਕਿਆ ਹੈ ਸੈਪਟੈਂਬਰ ਇਨਟੇਕ ਦੇ ਲਈ, ਰਾਈਟ? ਹਾਂਜੀ ਸਰ। ਸੋ ਕੰਗ੍ਰੈਚੁਲੇਸ਼ਨਸ ਹਰਸ਼ਰਨਦੀਪ। ਥੈਂਕ ਯੂ ਸਰ। ਔਰ ਮੈਂ ਇਹੀ ਪੁੱਛਣਾ ਚਾਹੂੰਗਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ? ਸਰ ਸੈਟੀਸਫਾਈਡ ਸੀਗੇ। ਸੈਟੀਸਫੈਕਸ਼ਨ ਹੈ? ਹਾਂਜੀ ਸਰ। ਡੇ 1 ਤੋਂ ਲੈ ਕੇ ਅੱਜ ਤੱਕ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਸਰ, ਠੀਕ ਸੀਗੇ, ਕੋਆਪਰੇਟਿਵ ਸੀਗੇ। ਓਕੇ, ਗ੍ਰੇਟ। ਐਂਡ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਪਤਾ ਕਿੱਦਾਂ ਲੱਗਿਆ? ਸਰ ਮੇਰੇ ਕੁਝ ਫਰੈਂਡਸ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਲੈਂਡਮਾਰਕ ਇਮੀਗ੍ਰੇਸ਼ਨ ਵਧੀਆ ਕੰਸਲਟੈਂਟ ਨੇ। ਓਕੇ, ਫਰੈਂਡਸ ਰੈਫਰੈਂਸ ਤੋਂ ਆਏ ਸੀ ਤੁਸੀਂ? ਕਿਉਂਕਿ ਮੈਂ ਜਦੋਂ ਵੀ ਦੇਖਦਾ ਮੈਂ ਤੁਹਾਡਾ ਪਾਸਪੋਰਟ ਦੇਖਿਆ ਤੁਸੀਂ ਹੁਸ਼ਿਆਰਪੁਰ ਤੋਂ ਹੈਗੇ, ਤਾਂ ਮੈਨੂੰ ਲੱਗਾ ਕਿ ਹੁਸ਼ਿਆਰਪੁਰ ਤੋਂ ਇੱਥੇ ਤੱਕ ਆਉਣਾ ਜਾਂ ਜਲੰਧਰ ਵੀ ਜਾਣਾ, ਬਹੁਤ ਸਾਰੇ ਕੰਸਲਟੈਂਟ ਆਉਂਦੇ ਆ। ਹਾਂਜੀ। ਤੇ ਤੁਸੀਂ ਸਾਨੂੰ ਚੁਣਿਆ, ਉਹਦੇ ਲਈ ਥੈਂਕ ਯੂ ਵੈਰੀ ਮਚ ਐਂਡ ਬੈਸਟ ਆਫ ਲੱਕ ਫॉर ਯੂਰ ਫਿਊਚਰ ਇਨ ਕੈਨੇਡਾ। ਥੈਂਕ ਯੂ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਇੱਕ ਹੋਰ ਸਟੂਡੈਂਟ ਆ ਚੁੱਕੇ ਨੇ, ਹਰਪ੍ਰੀਤ ਸਿੰਘ, ਜਿਹੜੇ ਕਿ ਦਸੂਹਾ ਦੇ ਰਹਿਣ ਵਾਲੇ ਨੇ, ਪੰਜਾਬ ਤੋਂ। ਫਾਈਨਲੀ ਵੀਜ਼ਾ ਸਟੈਂਪ ਹੋ ਚੁੱਕਿਆ, ਕੈਨੇਡਾ ਜਾਣ ਦਾ ਸੁਪਨਾ ਆਲਮੋਸਟ ਪੂਰਾ ਹੋ ਚੁੱਕਿਆ। ਆਲਮੋਸਟ ਇਸ ਲਈ ਕਹਿ ਰਹੇ ਕਿਉਂਕਿ ਹਲੇ ਇੰਡੀਆ 'ਚ ਹੀ ਨੇ, ਫਲਾਈਟ ਫੜਨੀ ਔਰ ਕੈਨੇਡਾ ਜਾਣਾ। ਬਹੁਤ ਬਹੁਤ ਮੁਬਾਰਕਾਂ ਹਰਪ੍ਰੀਤ। ਥੈਂਕ ਯੂ ਸਰ। ਮੈਂ ਪੁੱਛਣਾ ਚਾਹੂੰਗਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਹਰਪ੍ਰੀਤ? ਸਰ ਬਹੁਤ ਵਧੀਆ ਐਕਸਪੀਰੀਅੰਸ ਲਿਆ, ਕਿਉਂਕਿ ਮੇਰੀਆਂ ਪਹਿਲਾਂ 4 ਰਿਫਿਊਜ਼ਲਾਂ ਸੀਗੀਆਂ। ਫਿਰ ਉਸ ਤੋਂ ਬਾਅਦ ਮੈਨੂੰ ਸਨੀ ਸਰ ਜਲੰਧਰ ਉੱਥੋਂ ਮੈਨੂੰ ਗਾਈਡ ਕੀਤਾ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਤੁਹਾਡਾ ਵੀਜ਼ਾ ਲੱਗ ਜਾਊਗਾ। ਮੈਂ ਇਹ ਨਹੀਂ ਗੱਲ ਕਰਾਂਗਾ ਕਿ ਕਿਹੜੇ ਕੰਪਨੀ ਤੋਂ ਰਿਫਿਊਜ਼ਲ ਆਈ ਸੀ, 4 ਕਿਸੇ ਹੋਰ ਜਗ੍ਹਾ ਤੋਂ ਰਿਫਿਊਜ਼ਲ ਸੀ ਆਲਰੇਡੀ ਪਹਿਲਾਂ। ਹਾਂਜੀ ਹਾਂਜੀ। ਤੁਸੀਂ 5ਵੀਂ ਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਆਲਮੋਸਟ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਚੁਣਿਆ। ਹਾਂਜੀ ਹਾਂਜੀ। ਕਿਉਂਕਿ 4 ਜਦੋਂ ਰਿਫਿਊਜ਼ਲ ਕਿਸੇ ਦੀਆਂ ਆ ਜਾਂਦੀਆਂ, ਮੈਨੂੰ ਲੱਗਦਾ ਉਹਨੂੰ ਇਹੀ ਲੱਗਦਾ ਹੁੰਦਾ ਕਿ ਮੇਰਾ ਵੀਜ਼ਾ ਨਹੀਂ ਆਏਗਾ। ਹਾਂਜੀ ਹਾਂਜੀ ਬਿਲਕੁਲ। ਸਿਰਫ ਆਪਾਂ ਇੱਕ ਵਾਰੀ ਫਿਰ ਐਮਬੈਸੀ ਫੀਸ ਭਰ ਕੇ ਦੇਖ ਲੈਂਦੇ ਹਾਂ, ਕਿਸੇ ਨੂੰ 4 ਪੈਸੇ ਦੇ ਕੇ ਦੇਖ ਲੈਂਦੇ, ਸ਼ਾਇਦ ਨਿਕਲ ਆਵੇ। ਹਾਂਜੀ ਹਾਂਜੀ। ਬਟ ਤੁਹਾਡਾ ਵੀਜ਼ਾ 5ਵੇਂ ਅਟੈਂਪਟ ਦੇ ਉੱਤੇ ਨਿਕਲਿਆ। ਸੋ ਮੈਂ ਉਹਨਾਂ ਸਟੂਡੈਂਟਸ ਲਈ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਜਿਹੜੇ ਆਲਰੇਡੀ ਰਿਫਿਊਜ਼ਲ ਦਾ ਸਾਹਮਣਾ ਕਰ ਚੁੱਕੇ ਨੇ ਪਰ ਡਰਦੇ ਨੇ ਕਿ ਰੀਫਾਈਲਿੰਗ 'ਚ ਵੀਜ਼ਾ ਨਹੀਂ ਆਉਂਦਾ। ਤੁਹਾਡੇ ਸਾਹਮਣੇ ਹਰਪ੍ਰੀਤ ਨੇ 4 ਵਾਰ ਰਿਫਿਊਜ਼ਲ ਲੈਣ ਤੋਂ ਬਾਅਦ ਵੀ ਮਤਲਬ ਤੁਸੀਂ ਇਹ ਕਹੋ ਕਿ ਸਾਹਸ ਨਹੀਂ ਛੱਡਿਆ ਕਿ ਹਾਂ ਕੈਨੇਡਾ ਜਾਣਾ ਸੋਚਿਆ ਹੋਇਆ ਸੀ ਤੇ ਇੱਕ ਵਾਰੀ ਫਿਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਦਰਵਾਜ਼ਾ ਖਟਖਟਾਇਆ ਔਰ ਅੱਜ ਵੀਜ਼ਾ ਹੱਥ ਵਿੱਚ ਹੈ। ਸੋ ਤੁਹਾਡੀ ਪ੍ਰੋਫਾਈਲ ਕੀ ਸੀ ਇੰਡੀਆ ਦੇ ਵਿੱਚ ਹਰਪ੍ਰੀਤ? ਸਰ +2 ਕੀਤੀ ਸੀਗੀ ਮੈਂ 2014 'ਚ, 6 ਬੈਂਡ ਸੀਗੇ। 14 'ਚ ਸੀਗੇ ਤੇ ਉਸ ਤੋਂ ਬਾਅਦ ਫ੍ਰੀ? ਉਸ ਤੋਂ ਬਾਅਦ ਸਰ ਗੈਪ ਸੀਗਾ, ਥੋੜਾ ਗੈਪ ਸੀ ਤੁਹਾਡਾ। ਸੋ ਮਤਲਬ ਤੁਹਾਨੂੰ ਕਿਤੇ ਵੀ ਵਾਰੀ ਕਰਨ ਦੀ ਲੋੜ ਨਹੀਂ, ਰਿਫਿਊਜ਼ਲ ਹੋਵੇ, ਗੈਪ ਹੋਵੇ, ਇੱਕ ਵਾਰੀ ਤੁਸੀਂ ਆ ਕੇ ਲੈਂਡਮਾਰਕ ਨੂੰ ਕੰਸਲਟ ਕਰਕੇ ਇੱਕ ਸਹੀ ਗਾਈਡੈਂਸ ਜ਼ਰੂਰ ਲੈ ਸਕਦੇ ਹੋ। ਸੋ ਬੈਸਟ ਆਫ ਲੱਕ ਹਰਪ੍ਰੀਤ ਫॉर योर ਫਿਊਚਰ ਇਨ ਕੈਨੇਡਾ। ਫਾਈਨਲੀ ਵੀਜ਼ਾ ਲੱਗ ਚੁੱਕਿਆ ਹੈ 4 ਰਿਫਿਊਜ਼ਲ ਤੋਂ ਬਾਅਦ। ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਇੱਕ ਹੋਰ ਸਟੂਡੈਂਟ ਆ ਚੁੱਕੇ ਨੇ ਜਿਹਦਾ ਨਾਮ ਹੈ ਸੰਦੀਪ ਕੌਰ, ਨਾਲ ਉਹਨਾਂ ਦੇ ਫਾਦਰ ਸਾਹਿਬ। ਸੋ ਫਾਈਨਲੀ ਵੀਜ਼ਾ ਸਟੈਂਪ ਹੋ ਚੁੱਕਿਆ। ਕਿਹੜੇ ਇਨਟੇਕ ਲਈ ਜਾ ਰਹੇ ਹੋ? ਸਰ ਸੈਪਟੈਂਬਰ ਇਨਟੇਕ ਲਈ। ਸੈਪਟੈਂਬਰ ਇਨਟੇਕ ਕਿਹੜੇ ਕਾਲਜ ਵਿੱਚ? ਸਰ ਨਰਦਨ ਕਾਲਜ ਟਿਮਿਸ ਕੈਂਪਸ। ਔਰ ਕਿਹੜੇ ਪ੍ਰੋਗਰਾਮ ਲਈ? ਸਰ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੀਕਿਊਟਿਵ ਸਰ। ਐਡਮਿਨਿਸਟ੍ਰੇਸ਼ਨ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੀ ਸਰਵਿਸਿਜ਼ ਕਿਵੇਂ ਰਹੀਆਂ? ਸਰ ਬਹੁਤ ਜ਼ਿਆਦਾ ਵਧੀਆ ਰਹੀਆਂ ਸਰ। ਬਹੁਤ ਜ਼ਿਆਦਾ ਵਧੀਆ। ਪਿੱਛੇ ਕਾਰਨ ਕੀ ਹੈ? ਸਰ ਇਹਦੇ ਪਿੱਛੇ ਕਾਰਨ ਇਹ ਹੈ ਸਾਨੂੰ ਪ੍ਰੋਪਰ ਗਾਈਡੈਂਸ ਮਿਲੀ ਸਰ। ਸਾਰਾ ਬਹੁਤ ਜਲਦੀ ਸਰ ਵੀਜ਼ਾ ਰਿਸੀਵ ਹੋਇਆ ਸਰ ਤੇ ਪ੍ਰੋਪਰ ਸਰ ਸਾਨੂੰ ਗਾਈਡ ਕੀਤਾ ਹਰ ਇੱਕ। ਇੰਡੀਆ ਦੇ ਵਿੱਚ ਕੀ ਕੁਆਲੀਫਿਕੇਸ਼ਨ ਸੀ ਰਾਜੇ ਤੁਹਾਡੀ? ਸਰ ਇੰਡੀਆ ਦੇ ਵਿੱਚ ਮੈਂ BBA ਪਾਸ ਆਊਟ ਹਾਂ 2015 ਦੇ ਵਿੱਚ। ਰਾਈਟ। ਤੇ ਡਰ ਸੀ ਨਹੀਂ 15 ਤੋਂ ਬਾਅਦ ਹੁਣ ਵੀਜ਼ਾ ਆਏਗਾ ਕਿ ਨਹੀਂ ਆਏਗਾ? ਸਰ ਡਰ ਸੀ ਬਟ ਮੇਰਾ ਹਾਂਜੀ ਸਰ। ਸੋ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕਿਹਨੇ ਲੱਭਿਆ, ਤੁਸੀਂ ਫੈਮਿਲੀ ਨੇ ਕਿੱਦਾਂ? ਸਰ
ਦੋਨਾਂ ਨੇ ਦੋਨਾਂ ਨੇ ਲੱਭਿਆ? ਹਾਂਜੀ ਫਾਦਰ ਪ੍ਰੋਗਰਾਮ ਦੇਖਦੇ ਸੀਗੇ ਟੀਵੀ ਤੇ ਐਂਡ ਸਰ ਮੈਂ ਆਪਣਾ ਮੇਰਾ ਫਰੈਂਡ ਨੇ ਰਿਲੇਟਿਵਸ ਉਹ ਕੈਨੇਡਾ ਦੇ ਵਿੱਚ ਨੇ ਉਹਨਾਂ ਨੇ ਇੱਥੋਂ ਵੀਜ਼ਾ ਲਗਵਾਇਆ ਸੀਗਾ ਸਰ ਜੀ ਆਫਟਰ +2 ਤੇ ਉਹਨਾਂ ਨੇ ਸੁਜੈਸ਼ਨ ਕੀਤਾ ਸੀਗਾ ਮੈਨੂੰ ਓਕੇ ਸੋ ਤੁਹਾਡੀ ਫੀਲਿੰਗ ਕਿਦਾਂ? ਵਧੀਆ ਖੁਸ਼ ਹੋ ਤੁਸੀਂ? ਬਹੁਤ ਖੁਸ਼ ਹੋ? ਹਾਂ, ਚਲੋ ਮੁਬਾਰਕਾਂ ਬਹੁਤ ਬਹੁਤ, ਇਹ ਤੁਹਾਡਾ ਵੀਜ਼ਾ ਹੈ ਔਰ ਫਾਈਨਲੀ ਬੈਸਟ ਆਫ ਲੱਕ ਫॉर योर ਫਿਊਚਰ ਇਨ ਕੈਨੇਡਾ। ਹਾਂ, ਥੈਂਕ ਯੂ ਵੈਰੀ ਮਚ। ਓਕੇ ਥੈਂਕ ਯੂ ਸਰ, ਥੈਂਕਸ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369।